ਜਿਹੜਾ ਸ਼ਹਿਦ ਮੱਖੀ ਪਾਲਣ ਹੈ ਇਹ ਇੱਕ ਬਹੁਤ ਹੀ ਲਾਹੇਵੰਦ ਕਿੱਤਾ। ਇਸੇ ਕਰਕੇ ਸਰਕਾਰ ਦੁਆਰਾ ਇਹਨੂੰ ਕਾਫੀ ਜ਼ਿਆਦਾ ਵਧਾਵਾ ਦਿੱਤਾ ਜਾ ਰਿਹਾ। ਕਈ ਚਾਹੇ ਉਹ ਸਬਸਿਡੀ ਦੇ ਰੂਪ 'ਚ ਹੋਵੇ, ਸਿਖਲਾਈਆਂ ਦੇ ਰੂਪ 'ਚ ਹੋਵੇ। ਤੇ ਇਸੇ ਲਈ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਜਿਹੜਾ ਸਾਲ ਦੇ ਦੌਰਾਨ ਜਦੋਂ ਮੁੱਖ ਸੀਜ਼ਨ ਹੁੰਦਾ ਇਹਨਾਂ ਨੂੰ ਸ਼ੁਰੂਆਤ ਕਰਨ ਦਾ, ਤਾਂ ਉਸ ਤੋਂ ਪਹਿਲਾਂ ਇਹ ਸਿਖਲਾਈ ਕੋਰਸ ਵੀ ਲਗਾਏ ਜਾਂਦੇ ਆ ਤਾਂ ਕਿ ਸਾਡੇ ਜਿਹੜੇ ਕਿਸਾਨ ਹੈ ਜਾਂ ਬੇਰੁਜ਼ਗਾਰ ਬੱਚੇ ਆ ਜਾਂ ਬੀਬੀਆਂ ਜਿਹੜੀਆਂ ਉਹ ਇਹ ਸਿਖਲਾਈ ਲੈ ਕੇ ਆਪਣਾ ਜਿਹੜਾ ਇੱਕ ਸ਼ਹਿਦ ਮੱਖੀ ਪਾਲਣ ਦਾ ਕਿੱਤਾ ਜਿਹੜਾ ਉਹ ਸ਼ੁਰੂ ਕਰ ਸਕਣ ਜੀ। ਸਰ ਇੱਕ ਚੀਜ਼ ਜਾਣਨੀ ਚਾਹਾਂਗੇ, ਜਦੋਂ ਕੋਈ ਸ਼ਖਸ ਇਹ ਕਾਰੋਬਾਰ ਸ਼ੁਰੂ ਕਰਦਾ ਹੈ, ਕਿੱਤਾ ਸ਼ੁਰੂ ਕਰਦਾ ਹੈ, ਸੋ ਕਿੰਨੀ ਕੁ ਸਪੇਸ ਉਹਨੂੰ ਚਾਹੀਦੀ ਹੈ ਔਰ ਕਿੰਨੀ ਕੁ ਇਨਵੈਸਟਮੈਂਟ ਦੀ ਜ਼ਰੂਰਤ ਹੁੰਦੀ ਹੈ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਦੇ ਲਈ? ਇਸ ਸ਼ਹਿਦ ਮੱਖੀ ਪਾਲਣ ਦੇ ਕਿੱਤੇ ਦਾ ਜੀ ਸਭ ਤੋਂ ਵੱਡਾ ਜਿਹੜਾ ਇੱਕ ਫਾਇਦਾ ਇਹ ਆ ਕਿ ਇਹਦੇ ਵਿੱਚ ਜ਼ਮੀਨ ਨਹੀਂ ਚਾਹੀਦੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਈ ਵੀ ਕਿੱਤਾ ਆਪਾਂ ਕਰੀਏ ਤਾਂ ਜ਼ਮੀਨ ਸਭ ਤੋਂ ਵੱਡਾ ਖਰਚਾ ਹੁੰਦਾ। ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੂੰ ਕੋਈ ਕਮਰਾ ਜਾਂ ਸ਼ੈੱਡ ਪਾਉਣ ਦੀ ਲੋੜ ਨਹੀਂ ਪੈਂਦੀ। ਤਾਂ ਇਹ ਦੋ ਮੋਟੇ ਖਰਚੇ ਜਿਹੜੇ ਆ ਉਹ ਨਹੀਂ ਕਰਨੇ ਪੈਂਦੇ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਸ਼ਹਿਦ ਮੱਖੀ ਪਾਲਣ ਜੇ ਸ਼ੁਰੂ ਕਰਨਾ ਤਾਂ ਸਾਡੇ ਜਿਹੜੇ ਕਿਸਾਨ ਵੀਰ ਜਾਂ ਬੀਬੀਆਂ ਉਹ ਜਿਹੜੇ ਲੱਕੜ ਦੇ ਬਣੇ ਹੋਏ ਹਾਈਵ ਹੁੰਦੇ ਆ ਜਿਹਦੇ ਵਿੱਚ ਆਪਾਂ ਮੱਖੀਆਂ ਰੱਖਦੇ ਆ ਜੀ, ਤਾਂ ਉਹ ਹਾਈਵ ਤੇ ਮੱਖੀਆਂ ਖਰੀਦ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਆ। ਔਰ ਜੇ ਆਪਾਂ ਇਹਨੂੰ ਇੱਕ ਕਲੋਨੀ ਕਹਿੰਦੇ ਆ, ਜਿਹੜਾ ਇੱਕ ਲੱਕੜ ਦੇ ਹਾਈਵ ਦੇ ਵਿੱਚ ਮੱਖੀਆਂ ਹੁੰਦੀਆਂ, ਤਾਂ ਇੱਕ ਕਲੋਨੀ ਜਿਹੜੀ ਆ ਹਾਈਵ ਸਮੇਤ ਲਗਭਗ 4 ਤੋਂ 4.5 ਰੁਪਏ ਖਰਚਾ ਉਹਦਾ ਆਉਂਦਾ। ਉਹ ਥੋੜ੍ਹਾ ਬਹੁਤ ਸੀਜ਼ਨ ਦੇ ਹਿਸਾਬ ਨਾਲ ਵੱਧਦਾ ਘਟਦਾ ਰਹਿੰਦਾ ਜੀ। ਸਤਿ ਸ਼੍ਰੀ ਅਕਾਲ, ਲੁਧਿਆਣਾ ਟਾਈਮਸ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਅਮਨ ਸਿੰਘ। ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ, ਪੰਜਾਬ ਜਿਹੜਾ ਸੂਬਾ ਹੈ ਖੇਤੀ ਪ੍ਰਧਾਨ ਸੂਬਾ ਹੈ, ਪਰ ਖੇਤੀਬਾੜੀ ਦੇ ਨਾਲ ਅੱਜ ਕੱਲ੍ਹ ਵੇਖਿਆ ਜਾ ਰਿਹਾ ਹੈ ਕਿ ਡੇਅਰੀ ਫਾਰਮਿੰਗ ਦਾ ਜਿਹੜਾ ਕਾਰੋਬਾਰ ਹੈ ਉਹ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ। ਸੋ ਅਸੀਂ ਮੌਜੂਦ ਅੱਜ PAU ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਗੱਲ ਕੀਤੀ ਜਾਵੇ, ਡਾਕਟਰ ਖੇਮ ਸਿੰਘ ਗਿੱਲ ਉਹਨਾਂ ਦੇ ਸਮੇਂ ਦੇ ਵਿੱਚ ਹਰੀ ਕ੍ਰਾਂਤੀ ਜਿਹੜੀ ਹੈ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਲੈ ਕੇ ਆਂਦੀ ਗਈ ਸੀ। ਖੇਤੀਬਾੜੀ ਦਾ ਜਿਹੜਾ ਕਿੱਤਾ ਉਸ ਨੂੰ ਬਹੁਤ ਵੱਡੇ ਪੱਧਰ 'ਤੇ ਵਧਾਇਆ ਗਿਆ ਸੀ। ਉਸ ਤੋਂ ਬਾਅਦ ਵਾਈਟ ਰੈਵੋਲਿਊਸ਼ਨ ਆਇਆ, ਜਿਸ ਵਿੱਚ ਦੁਧਾਰੂ ਪਸ਼ੂਆਂ ਦਾ ਕਾਰੋਬਾਰ ਜਿਹੜਾ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ। ਸੋ ਡੇਅਰੀ ਫਾਰਮਿੰਗ ਦਾ ਜਿਹੜਾ ਕਿੱਤਾ ਹੈ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਚੱਲ ਰਿਹਾ। ਉਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਮੱਛੀ ਪਾਲਣ ਤੇ ਪੋਲਟਰੀ ਫਾਰਮ ਦਾ ਕੰਮ ਵੀ ਕਿਸਾਨ ਵੀਰ ਜਿਹੜੇ ਨੇ ਉਹ ਕਰ ਰਹੇ ਨੇ। ਸੋ ਇੱਕ ਅਜਿਹਾ ਕਾਰੋਬਾਰ ਹੈ ਜਿਸ ਬਾਰੇ ਅੱਜ ਅਸੀਂ ਕਿਸਾਨ ਵੀਰਾਂ ਨੂੰ ਜਾਣੂ ਕਰਵਾਉਣ ਦੇ ਲਈ PAU ਦੇ ਵਿੱਚ ਪਹੁੰਚੇ ਹਾਂ। ਸਾਡੇ ਨਾਲ ਐਕਸਪਰਟਸ ਦੇ ਮੌਜੂਦ ਨੇ, ਜਸਪਾਲ ਸਿੰਘ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਸ਼ਹਿਦ ਦਾ ਕਾਰੋਬਾਰ ਹੈ, ਮੱਖੀ ਪਾਲਣ ਦਾ ਕਾਰੋਬਾਰ ਹੈ, ਉਸ ਬਾਬਤ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ। ਲੁਧਿਆਣਾ ਟਾਈਮਸ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਬਹੁਤ ਸਰ ਅੱਜ ਆਪਾਂ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਕਿਸਾਨ ਵੀਰ ਜਿਹੜੇ ਨੇ ਉਹ ਖੇਤੀਬਾੜੀ ਦੇ ਨਾਲ ਹੋਰ ਕਿੱਤੇ ਵੀ ਜਿਹੜੇ ਨੇ ਉਹਨਾਂ ਨੂੰ ਪ੍ਰਫੁੱਲਿਤ ਕਰ ਰਹੇ ਨੇ, ਜਾਗਰੂਕ ਹੋ ਰਹੇ ਨੇ। ਕਿਸਾਨ ਮੱਛੀ ਪਾਲਣ ਦਾ ਚਾਹੇ ਕਾਰੋਬਾਰ ਹੋਵੇ, ਉਸ ਤੋਂ ਇਲਾਵਾ ਚਾਹੇ ਪੋਲਟਰੀ ਫਾਰਮ ਦਾ ਕੰਮ ਹੋਵੇ, ਇੱਕ ਜਿਹੜਾ ਕਿੱਤਾ ਵਾ ਸ਼ਹਿਦ ਦੇ ਨਾਲ ਜੁੜਿਆ, ਕਿਉਂਕਿ ਸ਼ਹਿਦ ਇੱਕ ਇੱਦਾਂ ਦੀ ਚੀਜ਼ ਆ ਆਮ ਜਨਜੀਵਨ ਦੇ ਵਿੱਚ ਵਰਤਿਆ ਜਾਂਦਾ, ਚਾਹੇ ਉਹ ਬਜ਼ੁਰਗ ਹੋਣ, ਬੱਚੇ ਹੋਣ, ਲੇਡੀਜ਼ ਹੋਣ, ਹਰ ਕੋਈ ਉਸ ਨੂੰ ਖਾਣ ਦਾ ਚਾਹਵਾਨ ਹੈ। ਕਿਉਂਕਿ ਬੱਚੇ ਤਾਂ ਸਵਾਦ ਵਜੋਂ ਵੀ ਖਾਂਦੇ ਨੇ, ਕਿਉਂਕਿ ਅੱਜ ਕੱਲ੍ਹ ਜਿਹੜੇ ਬਾਜ਼ਾਰੂ ਜਿਹੜੀਆਂ ਟੌਫੀਜ਼ ਵਗੈਰਾ ਨੇ ਜਾਂ ਕੈਂਡੀਜ਼ ਆਉਂਦੀਆਂ ਨੇ ਉਹ ਹਾਰਮਫੁਲ ਹੁੰਦੀਆਂ ਨੇ ਬੱਚਿਆਂ ਦੇ ਲਈ। ਔਰ ਅਕਸਰ ਘਰਾਂ ਦੇ ਵਿੱਚ ਵੇਖਿਆ ਜਾਂਦਾ ਲੇਡੀਜ਼ ਜਿਹੜੇ ਨੇ ਉਹਨਾਂ ਬੱਚਿਆਂ ਨੂੰ ਮਿੱਠੇ ਦੇ ਤੌਰ ਤੇ ਸ਼ਹਿਦ ਵੀ ਦੇ ਦਿੰਦੇ ਨੇ। ਸੋ ਉਸ ਕਾਰੋਬਾਰ ਦੇ ਨਾਲ ਅਸੀਂ ਜਾਣਕਾਰੀ ਜਿਹੜੀ ਲੈਣ ਲਈ ਤੁਹਾਡੇ ਕੋਲ ਪਹੁੰਚੇ ਹਾਂ ਕਿ ਜਿਹੜਾ ਇਹ ਕਿੱਤਾ ਹੈ ਕਿਸ ਤਰ੍ਹਾਂ ਕਿਸਾਨ ਵੀਰ ਕਰ ਸਕਦੇ ਨੇ ਔਰ ਕਿੱਦਾਂ ਉਹਨਾਂ ਦੇ ਲਈ ਫਾਇਦੇਮੰਦ ਹੈ। ਬਿਲਕੁਲ ਜੀ, ਜਿਹੜਾ ਸ਼ਹਿਦ ਮੱਖੀ ਪਾਲਣ ਹੈ ਇਹ ਇੱਕ ਬਹੁਤ ਹੀ ਲਾਹੇਵੰਦ ਕਿੱਤਾ। ਇਸੇ ਕਰਕੇ ਸਰਕਾਰ ਦੁਆਰਾ ਇਹਨੂੰ ਕਾਫੀ ਜ਼ਿਆਦਾ ਵਧਾਵਾ ਦਿੱਤਾ ਜਾ ਰਿਹਾ। ਕਈ ਚਾਹੇ ਉਹ ਸਬਸਿਡੀ ਦੇ ਰੂਪ 'ਚ ਹੋਵੇ, ਸਿਖਲਾਈਆਂ ਦੇ ਰੂਪ 'ਚ ਹੋਵੇ। ਤੇ ਇਸੇ ਲਈ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਜਿਹੜਾ ਸਾਲ ਦੇ ਦੌਰਾਨ ਜਦੋਂ ਮੁੱਖ ਸੀਜ਼ਨ ਹੁੰਦਾ ਇਹਨਾਂ ਨੂੰ ਸ਼ੁਰੂਆਤ ਕਰਨ ਦਾ, ਤਾਂ ਉਸ ਤੋਂ ਪਹਿਲਾਂ ਇਹ ਸਿਖਲਾਈ ਕੋਰਸ ਵੀ ਲਗਾਏ ਜਾਂਦੇ ਆ ਤਾਂ ਕਿ ਸਾਡੇ ਜਿਹੜੇ ਕਿਸਾਨ ਹੈ ਜਾਂ ਬੇਰੁਜ਼ਗਾਰ ਬੱਚੇ ਆ ਜਾਂ ਬੀਬੀਆਂ ਜਿਹੜੀਆਂ ਉਹ ਇਹ ਸਿਖਲਾਈ ਲੈ ਕੇ ਆਪਣਾ ਜਿਹੜਾ ਇੱਕ ਸ਼ਹਿਦ ਮੱਖੀ ਪਾਲਣ ਦਾ ਕਿੱਤਾ ਜਿਹੜਾ ਉਹ ਸ਼ੁਰੂ ਕਰ ਸਕਣ ਜੀ। ਸਰ ਇੱਕ ਚੀਜ਼ ਜਾਣਨੀ ਚਾਹਾਂਗੇ, ਜਦੋਂ ਕੋਈ ਸ਼ਖਸ ਇਹ ਕਾਰੋਬਾਰ ਸ਼ੁਰੂ ਕਰਦਾ ਹੈ, ਕਿੱਤਾ ਸ਼ੁਰੂ ਕਰਦਾ ਹੈ, ਸੋ ਕਿੰਨੀ ਕੁ ਸਪੇਸ ਉਹਨੂੰ ਚਾਹੀਦੀ ਹੈ ਔਰ ਕਿੰਨੀ ਕੁ ਇਨਵੈਸਟਮੈਂਟ ਦੀ ਜ਼ਰੂਰਤ ਹੁੰਦੀ ਹੈ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਦੇ ਲਈ? ਇਸ ਸ਼ਹਿਦ ਮੱਖੀ ਪਾਲਣ ਦੇ ਕਿੱਤੇ ਦਾ ਜੀ ਸਭ ਤੋਂ ਵੱਡਾ ਜਿਹੜਾ ਇੱਕ ਫਾਇਦਾ ਇਹ ਆ ਕਿ ਇਹਦੇ ਵਿੱਚ ਜ਼ਮੀਨ ਨਹੀਂ ਚਾਹੀਦੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਈ ਵੀ ਕਿੱਤਾ ਆਪਾਂ ਕਰੀਏ ਤਾਂ ਜ਼ਮੀਨ ਸਭ ਤੋਂ ਵੱਡਾ ਖਰਚਾ ਹੁੰਦਾ। ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੂੰ ਕੋਈ ਕਮਰਾ ਜਾਂ ਸ਼ੈੱਡ ਪਾਉਣ ਦੀ ਲੋੜ ਨਹੀਂ ਪੈਂਦੀ। ਤਾਂ ਇਹ ਦੋ ਮੋਟੇ ਖਰਚੇ ਜਿਹੜੇ ਆ ਉਹ ਨਹੀਂ ਕਰਨੇ ਪੈਂਦੇ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਸ਼ਹਿਦ ਮੱਖੀ ਪਾਲਣ ਜੇ ਸ਼ੁਰੂ ਕਰਨਾ
ਤਾਂ ਸਾਡੇ ਜਿਹੜੇ ਕਿਸਾਨ ਵੀਰ ਜਾਂ ਬੀਬੀਆਂ ਉਹ ਜਿਹੜੇ ਲੱਕੜ ਦੇ ਬਣੇ ਹੋਏ ਹਾਈਵ ਹੁੰਦੇ ਆ ਜਿਹਦੇ ਵਿੱਚ ਆਪਾਂ ਮੱਖੀਆਂ ਰੱਖਦੇ ਆ ਜੀ, ਤਾਂ ਉਹ ਹਾਈਵ ਤੇ ਮੱਖੀਆਂ ਖਰੀਦ ਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਆ। ਔਰ ਜੇ ਆਪਾਂ ਇਹਨੂੰ ਇੱਕ ਕਲੋਨੀ ਕਹਿੰਦੇ ਆ, ਜਿਹੜਾ ਇੱਕ ਲੱਕੜ ਦੇ ਹਾਈਵ ਦੇ ਵਿੱਚ ਮੱਖੀਆਂ ਹੁੰਦੀਆਂ, ਤਾਂ ਇੱਕ ਕਲੋਨੀ ਜਿਹੜੀ ਆ ਹਾਈਵ ਸਮੇਤ ਲਗਭਗ 4 ਤੋਂ 4.5 ਰੁਪਏ ਖਰਚਾ ਉਹਦਾ ਆਉਂਦਾ। ਉਹ ਥੋੜ੍ਹਾ ਬਹੁਤ ਸੀਜ਼ਨ ਦੇ ਹਿਸਾਬ ਨਾਲ ਵੱਧਦਾ ਘਟਦਾ ਰਹਿੰਦਾ ਜੀ। ਸਰ ਜਿਸ ਤਰ੍ਹਾਂ ਤੁਸੀਂ ਹਾਈਵ ਦੀ ਗੱਲ ਕੀਤੀ, ਕੁਝ ਲੋਕ ਉਹਨੂੰ ਆਮ ਭਾਸ਼ਾ ਦੇ ਵਿੱਚ ਬਕਸਾ ਕਹਿ ਦਿੰਦੇ ਨੇ, ਪਰ ਉਹਨੂੰ ਕਾਲੋਨੀ ਦਾ ਨਾਮ ਦਿੱਤਾ ਗਿਆ ਜਿਸ ਵਿੱਚ ਇਹ ਮਧੂ ਮੱਖੀਆਂ ਦਾ ਪਰਿਵਾਰ ਰਹਿੰਦਾ ਹੈ। ਸੋ ਅਕਸਰ ਕਿਹਾ ਜਾਂਦਾ ਕਿ ਇੱਕ ਰਾਣੀ ਮੱਖੀ ਜਿਹੜੀ ਇਸ ਹਾਈਵ ਦੇ ਵਿੱਚ ਰਹਿੰਦੀ ਹੈ ਔਰ ਉਹਨਾਂ ਦੇ ਨਾਲ ਕੁਝ ਨਰ ਮੱਖੀਆਂ ਵੀ ਹੁੰਦੀਆਂ ਨੇ, ਕੁਝ ਕਾਮਾ ਮੱਖੀਆਂ ਵੀ ਹੁੰਦੀਆਂ। ਉਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਕਿ ਰਾਣੀ ਮੱਖੀ ਔਰ ਨਰ ਮੱਖੀ ਜਿਹੜੀ ਜਾਂ ਕਾਮਾ ਮੱਖੀਆਂ ਉਹ ਕੀ ਨੇ ਔਰ ਉਹਨਾਂ ਨੂੰ ਕਿਸ ਤਰ੍ਹਾਂ ਇਹਦੇ ਵਿੱਚ ਰੱਖਿਆ ਜਾਂਦਾ ਜਿਸ ਨਾਲ ਜਿਹੜੀ ਸ਼ਹਿਦ ਦਾ ਉਤਪਾਦਨ ਹੈ ਉਹ ਵਧਾਇਆ ਜਾ ਸਕੇ। ਬਿਲਕੁਲ ਜੀ, ਜਿਸ ਤਰ੍ਹਾਂ ਕਿ ਆਪਾਂ ਜੇ ਸ਼ਹਿਦ ਮੱਖੀ ਦੇ ਪਰਿਵਾਰ ਦੇ ਵਿੱਚ ਝਾਤੀ ਮਾਰੀਏ, ਇੱਕ ਹਾਈਵ ਦੇ ਵਿੱਚ ਆ ਜਿਹੜੀ ਹਜ਼ਾਰਾਂ ਹੀ ਜਿਹੜੀਆਂ ਉਹਦੇ ਵਿੱਚ ਸ਼ਹਿਦ ਮੱਖੀਆਂ ਹੁੰਦੀਆਂ, ਔਰ ਉਹ ਹਜ਼ਾਰਾਂ ਦੇ ਵਿੱਚੋਂ ਇੱਕ ਰਾਣੀ ਮੱਖੀ ਹੋਊਗੀ। ਤਾਂ ਇੱਕ ਪਰਿਵਾਰ ਦੇ ਵਿੱਚ ਸਿਰਫ ਇੱਕ ਰਾਣੀ ਮੱਖੀ ਹੋਊਗੀ। ਹਜ਼ਾਰਾਂ ਦੀ ਗਿਣਤੀ 'ਚ ਬਾਕੀ ਕਾਮਾ ਮੱਖੀਆਂ ਹੁੰਦੀਆਂ। ਕਾਮਾ ਵੀ ਮਾਦਾ ਹੁੰਦੀਆਂ ਔਰ ਰਾਣੀ ਵੀ ਮਾਦਾ। ਇਸ ਤੋਂ ਬਿਨਾਂ ਜਿਹੜਾ ਬਰੀਡਿੰਗ ਦਾ ਸੀਜ਼ਨ ਹੁੰਦਾ, ਭਾਵ ਜਦੋਂ ਨਵੀਆਂ ਰਾਣੀਆਂ ਬਣਨੀਆਂ ਹੁੰਦੀਆਂ ਜਾਂ ਜਦੋਂ ਪਰਿਵਾਰ ਦਾ ਉਹਨਾਂ ਦਾ ਵਾਧਾ ਹੋਣਾ ਹੁੰਦਾ, ਤਾਂ ਉਦੋਂ ਕੁਝ 100 ਦੀ ਗਿਣਤੀ ਦੇ ਵਿੱਚ ਨਰ ਮੱਖੀਆਂ ਪੈਦਾ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਡਰੋਨ ਕਹਿ ਦਿੰਦੇ ਹਾਂ। ਤਾਂ ਇਹ ਉਹਦੇ ਪਰਿਵਾਰ ਦੀ ਇੱਕ ਬਣਤਰ ਹੈ। ਅਤੇ ਜੇ ਕੰਮਕਾਰ 'ਤੇ ਆਪਾਂ ਝਾਤ ਮਾਰੀਏ ਤਾਂ ਜੀ ਰਾਣੀ ਮੱਖੀ ਹੀ ਸਾਰੀਆਂ ਮੱਖੀਆਂ ਦੀ ਮਾਂ ਹੁੰਦੀ ਹੈ, ਜਿਹੜਾ ਇੱਕ ਪਰਿਵਾਰ ਹੈ, ਕਿਉਂਕਿ ਉਹਨੇ ਹੀ ਆਂਡੇ ਦੇਣੇ ਆ ਜਿਹਦੇ ਤੋਂ ਅੱਗੇ ਬੱਚੇ ਨਵੇਂ ਪੈਦਾ ਹੁੰਦੇ ਆ। ਕਾਮਾ ਮੱਖੀ ਨੇ ਸਾਰੇ ਕੰਮ ਕਰਨੇ ਆ, ਚਾਹੇ ਉਹ ਬਾਹਰੋਂ ਸ਼ਹਿਦ ਇਕੱਠਾ ਕਰਕੇ ਲਿਆਉਣਾ, ਚਾਹੇ ਪਰਾਗ ਇਕੱਠਾ ਕਰਨਾ, ਮੌਸਮ ਦੇ ਅਨੁਸਾਰ ਜੋ ਵੀ ਪਾਣੀ ਦੀ ਜ਼ਰੂਰਤ ਹੈ। ਪ੍ਰਪੋਲਸ ਇੱਕ ਗੂੰਦ ਵਰਗਾ ਪਦਾਰਥ ਉਹ ਇਕੱਠਾ ਕਰਦੀ ਹੈ, ਉਹ ਇਕੱਠਾ ਕਰਨਾ ਚਾਹੇ ਉਹਨਾਂ ਨੇ ਆਪਣੇ ਪਰਿਵਾਰ ਦੀ ਰਾਖੀ ਕਰਨੀ ਹੈ ਜਾਂ ਬੱਚਿਆਂ ਨੂੰ ਖੁਰਾਕ ਦੇਣੀ ਹੈ, ਰਾਣੀ ਨੂੰ ਖੁਰਾਕ ਦੇਣੀ ਹੈ। ਇਹ ਸਾਰੇ ਕੰਮ ਜਿਹੜੇ ਕਾਮਾ ਮੱਖੀ ਕਰਦੀ ਹੈ। ਨਰ ਮੱਖੀ ਨੂੰ ਕਈ ਵਾਰ ਉਹਨੂੰ ਨਿਖੱਟੂ ਵੀ ਕਿਹਾ ਜਾਂਦਾ ਕਿਉਂਕਿ ਉਹ ਸ਼ਹਿਦ ਇਕੱਠਾ ਨਹੀਂ ਕਰਦੀ, ਪਰ ਉਹਦਾ ਇੱਕ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ ਜਿਹੜਾ ਇਸ ਪ੍ਰਜਾਤੀ ਨੂੰ ਜਾਰੀ ਰੱਖਣ ਦੇ ਲਈ, ਕਿ ਜਦੋਂ ਨਵੀਂ ਰਾਣੀ ਪੈਦਾ ਹੁੰਦੀ ਹੈ ਤਾਂ ਉਹ ਕੁਝ ਦਿਨਾਂ ਬਾਅਦ ਹੀ ਆਂਡੇ ਦੇਣੇ ਸ਼ੁਰੂ ਕਰ ਦਿੰਦੀ ਹੈ। ਜੇ ਉਹਦਾ ਨਰ ਨਾਲ ਮਿਲਾਪ ਨਹੀਂ ਹੋਇਆ, ਆਂਡੇ ਤਾਂ ਵੀ ਦੇ ਦੂਗੀ, ਪਰ ਨੁਕਸਾਨ ਕੀ ਹੁੰਦਾ ਕਿ ਉਹ ਆਂਡੇ ਨਿਸ਼ੇਚਿਤ ਨਹੀਂ ਹੁੰਦੇ, ਇਸ ਕਰਕੇ ਉਹ ਸਾਰੇ ਉਹਨਾਂ 'ਚੋਂ ਨਰ ਹੀ ਪੈਦਾ ਹੁੰਦੇ ਆ। ਤਾਂ ਇਸ ਕਰਕੇ ਉਸ ਬਕਸੇ ਦਾ ਕੋਈ ਬਹੁਤਾ ਉਸ ਕਲੋਨੀ ਦਾ ਭਲਾ ਨਹੀਂ ਹੁੰਦਾ। ਤਾਂ ਇਸ ਲਈ ਨਰ ਦਾ ਇਹ ਬਹੁਤ ਵੱਡਾ ਯੋਗਦਾਨ ਹੈ ਕਿ ਉਹ ਮਾਦਾ ਨੂੰ ਜਿਹੜਾ ਉਹਦੇ ਨਾਲ ਮਿਲਾਪ ਕਰਕੇ ਅੰਡੇ ਨਿਸ਼ਚਿਤ ਕਰਨ ਦੇ ਵਿੱਚ ਮਦਦ ਕਰਦਾ, ਤਾਂ ਕਿ ਉਹ ਜ਼ਿਆਦਾ ਕਾਮਾ ਮੱਖੀ ਪੈਦਾ ਕਰ ਸਕੇ। ਸਰ ਜਿਵੇਂ ਇੱਕ ਗੱਲ ਕਹੀ ਜਾਂਦੀ ਹੈ ਕਿ ਸ਼ਹਿਰਾਂ ਦੇ ਵਿੱਚ ਇਹ ਜਿਹੜੇ ਯੂਨਿਟ ਲਗਾਉਣ ਨਾਲੋਂ ਪਿੰਡਾਂ ਦੇ ਵਿੱਚ ਜ਼ਿਆਦਾ ਬਿਹਤਰ ਹੀ ਹੈ, ਕਿਉਂਕਿ ਪਿੰਡਾਂ ਦੇ ਵਿੱਚ ਖੁੱਲੀ ਜਗ੍ਹਾ ਹੁੰਦੀ ਹੈ ਔਰ ਸ਼ਹਿਰ ਜਿਹੜੇ ਹੁੰਦੇ ਨੇ ਭੀੜ ਭਾੜ ਵਾਲੇ ਇਲਾਕੇ ਹੁੰਦੇ। ਦੂਸਰਾ, ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਕਿੰਨੀ ਕੁ ਰੇਂਜ ਹੁੰਦੀ ਹੈ ਇਹਨਾਂ ਮਧੂ ਮੱਖੀਆਂ ਦੀ ਔਰ ਕਿਹੜੇ ਸੋਰਸਿਸ ਤੋਂ ਇਹ ਸ਼ਹਿਦ ਇਕੱਠਾ ਕਰਦੇ ਨੇ ਤਾਂ ਕਿ ਇਸ ਕਲੋਨੀ ਦੇ ਵਿੱਚ ਲੈ ਕੇ ਆਉਂਦੇ ਨੇ ਔਰ ਫਿਰ ਜਿਹੜਾ ਸ਼ਹਿਦ ਦਾ ਉਤਪਾਦਨ ਕੀਤਾ ਜਾਂਦਾ ਹੈ। ਸ਼ਹਿਦ ਮੱਖੀ ਜੀ ਲਗਭਗ 3 ਕਿਲੋਮੀਟਰ ਤੱਕ, ਜਿਹੜੀ ਸਾਡੀ ਇਟਾਲੀਅਨ ਸ਼ਹਿਦ ਮੱਖੀ ਹੈ 3 ਕਿਲੋਮੀਟਰ ਦੂਰ ਤੱਕ ਵੀ ਚਲੀ ਜਾਂਦੀ ਹੈ ਆਪਣੇ ਖੁਰਾਕ ਦੀ ਭਾਲ ਦੇ ਵਿੱਚ। ਤਾਂ ਮੱਖੀ ਦੀ ਖੁਰਾਕ ਹੈਗੀ ਆ, ਇੱਕ ਤਾਂ ਫੁੱਲਾਂ ਦਾ ਰਸ ਜਿਹਨੂੰ ਆਪਾਂ ਨੈਕਟਰ ਕਹਿੰਦੇ ਆ ਜਾਂ ਮਕਰੰਦ ਕਹਿ ਦਿੰਦੇ ਪੰਜਾਬੀ 'ਚ, ਅਤੇ ਦੂਸਰਾ ਹੈਗਾ ਪਰਾਗ ਜਾਂ ਪੋਲਨ। ਇਹ ਇਕੱਠਾ ਕਰਕੇ ਉਹ ਆਪਣੇ ਕਲੋਨੀ ਦੇ ਵਿੱਚ ਲਿਆ ਕੇ ਛੱਤਿਆਂ ਦੇ ਵਿੱਚ ਭਰ ਲੈਂਦੀ ਆ। ਜਿਹੜਾ ਉਹ ਨੈਕਟਰ ਇਕੱਠਾ ਕਰਦੀ ਹੈ ਤਾਂ ਉਹਦੇ ਵਿੱਚ ਲਗਭਗ ਜਿਹੜਾ ਉਹ 30 ਤੋਂ ਲੈ ਕੇ 60% ਤੱਕ ਵੀ ਜਿਹੜਾ ਪਾਣੀ ਹੋ ਸਕਦਾ। ਤਾਂ ਫਿਰ ਉਹ ਇਸ ਪਾਣੀ ਨੂੰ ਉਡਾਉਂਦੀ ਆ, ਉਹ ਸ਼ਹਿਦ ਨੂੰ ਪਕਾਉਂਦੀ ਆ। ਜਦੋਂ 20% ਹੋ ਜਾਂਦਾ ਤਾਂ ਉਸ ਤੋਂ ਘੱਟ ਫਿਰ ਉਹ ਆਪਣੇ ਸਰੀਰ ਦੇ ਵਿੱਚੋਂ ਕੁਦਰਤੀ ਇੱਕ ਮੋਮ ਹੈ ਜਿਹੜੀ ਉਹ ਪੈਦਾ ਕਰਦੀ ਹੈ, ਉਹਦੇ ਨਾਲ ਉਹਨੂੰ ਬੰਦ ਕਰ ਦਿੰਦੀ ਆ। ਤਾਂ ਇਹ ਇਸ ਤਰ੍ਹਾਂ ਉਹ ਪੱਕਿਆ ਹੋਇਆ ਸ਼ਹਿਦ ਆ। ਤਾਂ ਪੱਕੇ ਹੋਏ ਸ਼ਹਿਦ ਦੇ ਵਿੱਚ ਪੂਰੀ ਗੁਣਵੱਤਾ ਹੁੰਦੀ ਹੈ। ਤਾਂ ਇਸ ਕਰਕੇ ਇਹ ਹੈਗਾ ਜਿਹੜਾ ਸ਼ਹਿਦ ਮੱਖੀ ਜਿਹੜੀ ਆ ਕਿ ਕਿਸ ਤਰ੍ਹਾਂ ਉਹ ਆਪਣੇ ਦੇ ਲਈ ਸ਼ਹਿਦ ਇਕੱਠਾ ਕਰਦੀ ਹੈ। ਵਧੇਰੇ ਜਿਹੜਾ ਜ਼ਰੂਰਤ ਤੋਂ ਇਕੱਠਾ ਕੀਤਾ ਹੁੰਦਾ ਉਹਨੂੰ ਸੰਭਾਲ ਲੈਂਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਕੱਠਾ ਕੀਤਾ ਜਾ ਸਕੇ। ਸਰ ਤੁਸੀਂ ਗੱਲ ਕੀਤੀ ਇਟਾਲੀਅਨ ਮੱਖੀ ਦੀ। ਆਮ ਘਰਾਂ ਦੇ ਵਿੱਚ ਇੱਕ ਗੱਲ ਪ੍ਰਚਲਿਤ ਹੈ, ਲੋਕ ਜਦੋਂ ਸ਼ਹਿਦ ਲੈ ਕੇ ਆਉਂਦੇ ਨੇ ਬਾਜ਼ਾਰੋਂ ਉਹ ਕਹਿੰਦੇ ਨੇ ਕਿ ਨਿੱਕੀ ਮੱਖੀ ਦਾ ਸ਼ਹਿਦ ਹੈ। ਸੋ ਉਹ ਕੀ ਹੁੰਦਾ, ਨਿੱਕੀ ਮੱਖੀ ਜਾਂ ਇਟਾਲੀਅਨ ਮੱਖੀ ਜਾਂ ਜਿਹੜੀ ਇੰਡੀਅਨ ਸਾਡੀ ਮੱਖੀ, ਉਹਦੇ ਵਿੱਚ ਕੀ ਫ਼ਰਕ ਹੁੰਦਾ ਹੈ? ਔਰ ਦੂਸਰੀ ਗੱਲ, ਜਿਹੜੇ ਅੱਜ ਕੱਲ੍ਹ ਆਮ ਕੰਪਨੀਆਂ ਕਈ ਕਾਰੋਬਾਰ ਕਰ ਰਹੀਆਂ ਨੇ ਬਾਜ਼ਾਰ ਦੇ ਵਿੱਚ, ਜਿਹੜਾ ਸ਼ਹਿਦ ਮਿਲਦਾ ਉਸ ਵਿੱਚ ਔਰ ਦੇਸੀ ਸ਼ਹਿਦ ਜਿਹੜਾ ਇਸ ਵਿਧੀ ਦੇ ਨਾਲ ਸ਼ਹਿਦ ਬਣਾਇਆ ਜਾਂਦਾ, ਉਹਦੇ ਵਿੱਚ ਕੀ ਅੰਤਰ ਹੈ? ਜਿੱਥੋਂ ਤੱਕ ਜੀ ਕੰਪਨੀਆਂ ਦੀ ਗੱਲ ਹੈ ਤਾਂ ਉਹਨਾਂ ਦਾ ਵੀ ਸ਼ਹਿਦ ਦੇ ਮੰਡੀਕਰਨ ਦੇ ਵਿੱਚ ਇੱਕ ਵੱਡਾ ਯੋਗਦਾਨ ਹੈ ਤਾਂ ਕਿ ਸ਼ਹਿਦ ਜਿਹੜਾ ਸਾਡੇ ਵਧੇਰੇ ਖਪਤਕਾਰਾਂ ਤੱਕ ਪਹੁੰਚੇ। ਔਰ ਜੇ
ਜਿਹੜਾ ਸ਼ਹਿਦ ਆਪਾਂ ਦੇਖਦੇ ਹਾਂ ਵੀ ਸਾਡਾ ਬੀ ਕੀਪਰ ਜਾਂ ਜਿਹੜਾ ਇੱਕ ਸ਼ਹਿਦ ਮੱਖੀ ਪਾਲਕ ਇਕੱਠਾ ਕਰਦਾ ਹੈ, ਤਾਂ ਉਹਦੇ ਵਿੱਚੋਂ ਜ਼ਿਆਦਾ ਕੁਛ ਮਾਤਰਾ ਦੇ ਵਿੱਚ ਉਹ ਆਪਣਾ ਰਿਟੇਲ ਦੇ ਵਿੱਚ ਵੀ ਵੇਚ ਸਕਦਾ, ਔਰ ਕੁਝ ਮਾਤਰਾ ਦੇ ਵਿੱਚ ਜਿਹੜਾ ਉਹ ਬਾਕੀ ਥੋਕ ਦੇ ਵਿੱਚ ਵੀ ਵੇਚ ਸਕਦਾ, ਤਾਂ ਉਹਦੀ ਮੰਡੀਕਰਨ ਦੀ ਕੋਈ ਸਮੱਸਿਆ ਤਾਂ ਨਹੀਂ ਆਉਂਦੀ। ਪਰ ਜਿਹੜਾ ਸ਼ਹਿਦ ਹੈ ਉਹ ਆਮ ਤੌਰ 'ਤੇ ਜਿਵੇਂ ਇਕੱਠਾ ਕਰਨਾ ਮੱਖੀਆਂ ਨੇ, ਜਿਵੇਂ ਪਹਿਲਾਂ ਤੁਸੀਂ ਪੁੱਛਿਆ ਸੀਗਾ ਕਿ ਕਿਸ ਤਰ੍ਹਾਂ ਉਹ ਕਿੱਥੋਂ ਇਕੱਠਾ ਕਰਦੀਆਂ, ਤਾਂ ਮੁੱਖ ਤੌਰ 'ਤੇ ਜਿਵੇਂ ਤੋਰੀਆ, ਚਾਹੇ ਦੇਸੀ ਸਰੋਂ, ਗੋਭੀ ਸਰੋਂ ਆ, ਫਿਰ ਸਫੈਦਾ, ਇਹ ਉਹ ਸਰੋਤ ਆ ਜਿਹੜੇ ਆਪਾਂ ਜਿਵੇਂ ਨਵੰਬਰ ਤੋਂ ਲਾ ਲਈਏ ਤਾਂ ਅਪ੍ਰੈਲ ਮਹੀਨੇ ਤੱਕ ਬਹੁਤ ਵਧੀਆ ਇਹਨਾਂ ਤੋਂ ਜਿਹੜਾ ਸ਼ਹਿਦ ਆਉਂਦਾ। ਅਤੇ ਸਾਡੇ ਸ਼ਹਿਦ ਮੱਖੀ ਪਾਲਕ ਆ ਜਿਹੜੇ ਉਹ ਇਹਨਾਂ ਤੋਂ ਸ਼ਹਿਦ ਇਕੱਠਾ ਕਰਦੇ ਆ। ਉਸ ਤੋਂ ਬਾਅਦ ਬਰਸੀਮ ਤੋਂ, ਸੂਰਜਮੁਖੀ ਤੋਂ ਸ਼ਹਿਦ ਜਿਹੜਾ ਉੱਥੋਂ ਵੀ ਇਕੱਠਾ ਕਰਦੇ ਆ। ਕੁਝ ਜਿਵੇਂ ਨਾਖਾਂ ਦੇ ਬਾਗ ਹੈਗੇ ਆ ਜਾਂ ਬਾਗਾਂ ਤੋਂ ਵੀ ਜਿਹੜਾ ਉਹ ਸ਼ਹਿਦ ਇਕੱਠਾ ਕਰ ਲੈਂਦੀਆਂ ਮੱਖੀਆਂ। ਤਾਂ ਇਸ ਤਰ੍ਹਾਂ ਸਾਰਾ ਸਾਲ ਤਕਰੀਬਨ ਉਹ ਸ਼ਹਿਦ ਮੱਖੀਆਂ ਜਿਹੜੀਆਂ ਉਹ ਇਕੱਠਾ ਕਰਦੀਆਂ ਰਹਿੰਦੀਆਂ। ਪਰ ਜੇ ਆਪਾਂ ਇੱਕੋ ਥਾਂ 'ਤੇ ਰੱਖਾਂਗੇ ਤਾਂ ਉਤਪਾਦਨ ਘੱਟ ਹੋਊਗਾ। ਜੇ ਆਪਾਂ ਉਹਨਾਂ ਦੀ ਮਾਈਗ੍ਰੇਸ਼ਨ ਕਰਦੇ ਰਹਾਂਗੇ, ਭਾਵ ਇੱਕ ਜਗ੍ਹਾ ਤੋਂ ਦੂਜੀ ਥਾਂ ਪਹੁੰਚਾਉਂਦੇ ਰਹਾਂਗੇ, ਤਾਂ ਉਹਦੇ ਨਾਲ ਸ਼ਹਿਦ ਦਾ ਉਤਪਾਦਨ ਵੀ ਵਧੂਗਾ, ਔਰ ਜਿਹੜੀ ਸ਼ਹਿਦ ਮੱਖੀ ਦਾ ਪਰਿਵਾਰ ਆ ਉਹਦਾ ਵਾਧਾ ਵੀ ਤੇਜ਼ੀ ਨਾਲ ਹੁੰਦਾ। ਸਰ, ਜਿਵੇਂ ਤੁਸੀਂ ਦੱਸਿਆ ਕਿ ਉਤਪਾਦਨ ਵਧਾਉਣ ਦੇ ਲਈ ਮਾਈਗ੍ਰੇਸ਼ਨ ਜ਼ਰੂਰੀ ਹੈ, ਉਸ ਤਰ੍ਹਾਂ ਵੈਸੇ ਤਾਂ 12 ਮਹੀਨੇ 30 ਦਿਨ ਜਿਹੜਾ ਇਹ ਕਾਰੋਬਾਰ ਕਿਸਾਨ ਵੀਰ ਕਰਦੇ ਨੇ, ਪਰ ਕੋਈ ਖਾਸ ਰੁੱਤ ਵੀ ਹੁੰਦੀ ਹੈ ਜਿਹਦੇ ਵਿੱਚ ਵੱਧ ਪੈਦਾਵਾਰ ਹੁੰਦੀ ਹੈ? ਬਿਲਕੁਲ ਜੀ, ਜ਼ਿਆਦਾ ਪੈਦਾਵਾਰ ਦੇ ਲਈ ਤਾਂ ਆਪਣਾ ਜਿਵੇਂ ਜੇ ਸ਼ੁਰੂਆਤ ਕਰਨੀ ਆ ਆਪਾਂ, ਤਾਂ ਉਹ ਇਹ ਕਿਹਾ ਜਾਂਦਾ ਕਿ ਪੰਜਾਬ ਦੇ ਹਿਸਾਬ ਨਾਲ ਕਿ ਨਵੰਬਰ ਦੇ ਵਿੱਚ ਜਾਂ ਫਰਵਰੀ ਮਾਰਚ ਦੇ ਵਿੱਚ ਸ਼ੁਰੂ ਕੀਤਾ ਜਾਵੇ, ਔਰ ਸ਼ੁਰੂ ਕਰਨ ਦੇ ਤੋਂ ਪਹਿਲਾਂ ਟ੍ਰੇਨਿੰਗ ਜ਼ਰੂਰ ਲੈ ਲਈ ਜਾਵੇ। ਤਾਂ ਉਹ ਟ੍ਰੇਨਿੰਗ ਲੈ ਕੇ ਸ਼ੁਰੂ ਕਰ ਸਕਦੇ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਇਟਾਲੀਅਨ ਸ਼ਹਿਦ ਮੱਖੀਆਂ ਜਿਹੜੀ ਇੱਕ ਪਾਲਤੂ ਕਿਸਮ ਹੈ, ਜਿਹੜੀ ਬਹੁਤ ਜ਼ਿਆਦਾ ਅਤੇ ਵਧੀਆ ਸ਼ਹਿਦ ਪੈਦਾ ਕਰਦੀ ਹੈ, ਉਹਨੂੰ ਪਾਲਿਆ ਜਾ ਸਕਦਾ। ਕਿਉਂਕਿ ਜਿਹੜੀ ਹਿੰਦੁਸਤਾਨੀ ਮੱਖੀ ਪਹਿਲਾਂ ਆਪਣੇ ਹੁੰਦੀ ਜਾਂ ਪਹਾੜਾਂ ਦੇ ਵਿੱਚ ਅੱਜ ਕੱਲ੍ਹ ਵੀ ਪਾਲੀ ਜਾਂਦੀ ਹੈ, ਉਹਦੇ ਸ਼ਹਿਦ ਦੀ ਪੈਦਾਵਾਰ ਘੱਟ ਹੈ। ਅਤੇ ਜਿਹੜੀ ਨਿੱਕੀ ਮੱਖੀ ਹੈ, ਆਪਾਂ ਕਹਿੰਦੇ ਜਾਂ ਲੱਡੂ ਮੱਖੀ ਕਹਿ ਦਿੰਦੇ ਹਾਂ, ਝਾੜੀਆਂ 'ਚ ਲੱਗਦੀ ਹੈ, ਉਹ ਜੰਗਲੀ ਮੱਖੀ ਹੈ, ਤਾਂ ਉਹਨੂੰ ਆਪਾਂ ਪਾਲਤੂ ਨਹੀਂ ਰੱਖ ਸਕਦੇ। ਅਤੇ ਇਸ ਕਰਕੇ ਸਿਖਲਾਈ ਲੈ ਕੇ ਤੁਸੀਂ ਸ਼ਹਿਦ ਮੱਖੀ ਪਾਲਣ ਜਿਹੜਾ ਉਹ ਸ਼ੁਰੂ ਕਰ ਸਕਦੇ ਹੋ ਇਟਾਲੀਅਨ ਸ਼ਹਿਦ ਮੱਖੀਆਂ ਦੇ ਨਾਲ। ਸਰ, ਇੱਕ ਹੋਰ ਚੀਜ਼ ਕਿਹਾ ਜਾਂਦਾ ਕਿ ਮਿਲਾਵਟੀ ਦੌਰ ਜਿਹੜਾ ਚੱਲ ਰਿਹਾ, ਹਰ ਚੀਜ਼ ਦੇ ਵਿੱਚ ਮਿਲਾਵਟ ਹੁੰਦੀ ਹੈ। ਸ਼ਹਿਦ ਦੇ ਵਿੱਚ ਵੀ ਵੇਖਿਆ ਜਾਂਦਾ, ਕਈ ਵਾਰ ਕਿਹਾ ਜਾਂਦਾ ਕਿ ਸ਼ਹਿਦ ਜੰਮ ਜਾਂਦਾ, ਸ਼ਹਿਦ ਦੇ ਵਿੱਚ ਕੁਝ ਮਿਲਾਵਟ ਹੈ, ਕੁਝ ਖੰਡ ਜਾਂ ਹੋਰ ਚੀਜ਼ ਪਾਈ ਹੋਈ ਹੈ। ਕੀ ਕਾਰਨ ਹੈ ਕਿ ਜਦੋਂ ਕਿਸੇ ਨੇ ਦੇਖਣਾ ਹੈ ਕਿ ਸ਼ਹਿਦ ਸ਼ੁੱਧ ਹੈ ਜਾਂ ਇਸ ਵਿੱਚ ਕੋਈ ਮਿਲਾਵਟ ਹੈ, ਜਾਂ ਉਸ ਤੋਂ ਬਾਅਦ ਜਿਹੜਾ ਸ਼ਹਿਦ ਜੰਮ ਜਾਂਦਾ, ਕੀ ਕਾਰਨ ਹੈ ਉਹਦੇ ਜੰਮਣ ਦਾ? ਕੀ ਉਹ ਨਕਲੀ ਹੁੰਦਾ ਹੈ? ਉਸ ਬਾਰੇ ਵੀ ਥੋੜ੍ਹੀ ਦਰਸ਼ਕਾਂ ਨੂੰ ਜਾਣਕਾਰੀ ਦਿਓ। ਬਿਲਕੁਲ ਜੀ, ਇੱਥੇ ਬਹੁਤ ਹੀ ਇੱਕ ਮਹੱਤਵਪੂਰਨ ਇਹ ਸਵਾਲ ਆ ਜਿਹੜਾ ਤੁਸੀਂ ਕੀਤਾ ਕਿ ਸ਼ਹਿਦ ਦਾ ਖਪਤਕਾਰ ਜਿਹੜਾ ਆਮ ਤੌਰ 'ਤੇ ਇਹੀ ਸੋਚਦਾ ਕਿ ਜਦੋਂ ਸ਼ਹਿਦ ਜੰਮ ਗਿਆ ਤਾਂ ਸ਼ਾਇਦ ਇਹਦੇ ਵਿੱਚ ਮਿਲਾਵਟ ਕੀਤੀ ਆ। ਤਾਂ ਮੈਂ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਦੇਣਾ ਚਾਹਾਂਗਾ ਕਿ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵੀ ਹਰ ਸਿਖਲਾਈ ਦੇ ਵਿੱਚ, ਮੇਲਿਆਂ ਦੇ ਵਿੱਚ ਇਹ ਜਾਣਕਾਰੀ ਦਿੰਦੇ ਰਹਿੰਦੇ ਆ ਕਿ 100% ਸ਼ੁੱਧ ਜਿਹੜਾ ਸ਼ਹਿਦ ਆ ਉਹ ਵੀ ਜੰਮ ਜਾਂਦਾ। ਕਿਉਂਕਿ ਜਿਵੇਂ ਤੋਰੀਏ, ਸਰੋਂ ਤੋਂ ਜਿਹੜਾ ਸ਼ਹਿਦ ਆਉਣਾ, ਖਾਸ ਤੌਰ 'ਤੇ ਇਹਦੇ ਵਿੱਚ ਜਿਹੜੀ ਗਲੂਕੋਜ਼ ਦੀ ਮਾਤਰਾ ਵਧੇਰੇ ਹੁੰਦੀ ਆ, ਤਾਂ ਉਹਦਾ ਇੱਕ ਕੁਦਰਤੀ ਸੁਭਾਅ ਕਿ ਉਹ ਜੰਮ ਜਾਂਦਾ। ਖਾਸ ਤੌਰ 'ਤੇ ਜਦੋਂ ਤਾਪਮਾਨ 14 ਡਿਗਰੀ ਤੋਂ ਘਟ ਜਾਂਦਾ, ਤਾਂ ਉਹ ਅੱਧ ਨਵੰਬਰ ਤੋਂ ਬਾਅਦ ਅਕਸਰ ਉਹ ਹਾਲਾਤ ਆ ਜਾਂਦੇ। ਠੰਡ ਜਦੋਂ ਹੋ ਜਾਂਦੀ ਦਸੰਬਰ ਜਨਵਰੀ ਦੇ ਵਿੱਚ, ਸ਼ਹਿਦ ਜੰਮਣਾ ਜਿਹੜਾ ਸ਼ੁਰੂ ਹੋ ਜਾਂਦਾ। ਅਤੇ ਜੰਮਿਆ ਹੋਇਆ ਸ਼ਹਿਦ 100% ਸ਼ੁੱਧ ਹੈਗਾ ਜਿਹੜਾ, ਅਤੇ ਘਬਰਾਉਣ ਦੀ ਲੋੜ ਵੀ ਨਹੀਂ ਸਾਡੇ ਖਪਤਕਾਰ ਨੂੰ। ਬਾਹਰਲੇ ਦੇਸ਼ਾਂ 'ਚ ਤਾਂ ਉਹ ਜਾਣ ਕੇ ਇਹਨਾਂ ਨੂੰ ਜਮਾਉਂਦੇ ਵੀ ਆ, ਫਿਰ ਉਹਨੂੰ ਕਰੀਮ ਸ਼ਹਿਦ ਦੇ ਤੌਰ 'ਤੇ ਵੇਚਿਆ ਜਾਂਦਾ ਤਾਂ ਕਿ ਉਹਨੂੰ ਖਾਣਾ ਅਤੇ ਵਰਤਣਾ ਸੌਖਾ ਰਹੇ। ਅਤੇ ਜੇ ਕਿਸੇ ਖਪਤਕਾਰ ਨੂੰ ਲੱਗਦਾ ਕਿ ਤਰਲ ਰੂਪ 'ਚ ਹੀ ਖਾਣਾ, ਤਾਂ ਵੀ ਉਹਦਾ ਹੱਲ ਹੈਗਾ ਕਿ ਬੋਤਲ ਦੇ ਜਿਹੜੇ ਢੱਕਣ ਆ ਉਹਨੂੰ ਢਿੱਲਾ ਕਰਕੇ ਤੁਸੀਂ ਗਰਮ ਪਾਣੀ ਦੇ ਵਿੱਚ ਰੱਖੋਗੇ ਤਾਂ ਉਹ ਤਰਲ ਰੂਪ 'ਚ ਆ ਜਾਊਗਾ। ਪਰ ਫਿਰ ਵੀ ਮੈਂ ਇਹੀ ਸੁਝਾਅ ਦੇਣਾ ਚਾਹੂੰਗਾ ਕਿ ਜੰਮੇ ਹੋਏ ਸ਼ਹਿਦ ਨੂੰ ਬਿਨਾਂ ਗਰਮ ਕੀਤੇ ਤੁਸੀਂ ਉੱਦਾਂ ਹੀ ਖਾਓ, ਤਾਂ ਉਹਦੀ ਗੁਣਵੱਤਾ ਜਿਹੜੀ ਆ ਉਹ ਬਰਕਰਾਰ ਰਹਿੰਦੀ ਹੈ। ਥੈਂਕ ਯੂ ਸਰ। ਸੋ ਇਸ ਦਿਨ ਸਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਐਕਸਪਰਟ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਮਧੂ ਮੱਖੀ ਪਾਲਣ ਦਾ ਕਿੱਤਾ ਹੈ, ਜਿੱਥੇ ਕਿਸਾਨ ਕਰਕੇ ਆਪਣੀ ਆਮਦਨ ਵਧਾ ਸਕਦੇ ਨੇ, ਉਸ ਦੇ ਨਾਲ ਨਾਲ ਜਦੋਂ ਸ਼ਹਿਦ ਦੀ ਪੈਦਾਵਾਰ ਵਧੇਗੀ, ਪੰਜਾਬ ਦੇ ਰੈਵਨਿਊ 'ਤੇ ਵੀ ਵਧੀਆ ਉਹਦਾ ਅਸਰ ਵੇਖਣ ਨੂੰ ਮਿਲੇਗਾ। ਕਿਉਂਕਿ ਪੰਜਾਬ ਸਰਕਾਰ ਜਿੱਥੇ ਵੱਖ-ਵੱਖ ਸਮੇਂ 'ਤੇ ਕੋਸ਼ਿਸ਼ਾਂ ਕਰਦੀ ਹੈ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ, ਉਸ ਦੇ ਨਾਲ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਅਮਨ ਸਿੰਘ, ਲੁਧਿਆਣਾ ਟਾਈਮਸ।